welcome to my class. Students, we are doing chapter 10, Microbes in Human Welfare. So today we will discuss the last topic of this chapter, that is microbes as biofertilizers. Students, plants need nutrition. Plants ਜਿਹੜੇ ਉਹਨਾਂ ਨੂੰ nutrition ਦੀ ਜ਼ਰੂਰਤ ਹੈਗੀ ਆ, ਸੋ ਉਹ soil ਦੇ ਵਿੱਚੋਂ nutrients absorb ਕਰਦੇ ਹੈਗੇ ਆ, ਪਰ soil ਦੇ ਵਿੱਚ ਜਿੰਨੇ nutrients ਹੈਗੇ ਉਹ sufficient ਨਹੀਂ ਹੁੰਦੇ ਹੈ। So use of fertilizers to the soil is an essential component of modern agriculture system. So ਕਿਉਂਕਿ ਨਿਊਟ੍ਰੀਐਂਟਸ ਉਨੇ soil ਦੇ ਵਿੱਚ ਨਹੀਂ ਪ੍ਰੈਜ਼ੈਂਟ ਹੈਗੇ ਹੈ ਜਾਂ ਉਨੇ ਸਫੀਸ਼ੀਐਂਟ ਨਹੀਂ ਹੈਗੇ ਜਿੰਨੇ ਪਲਾਂਟ ਨੂੰ ਆਪਣੀ ਗਰੋਥ ਦੇ ਲਈ ਚਾਹੀਦੇ ਹੈਗੇ ਆ, ਇਸ ਕਰਕੇ ਜਿਹੜੇ ਫਰਟੀਲਾਈਜ਼ਰਸ ਹੈਗੇ ਆ ਉਹ ਯੂਜ਼ ਹੁੰਦੇ ਹੈਗੇ ਆ। ਤੇ ਇੰਡੀਅਨ ਸੋਇਲਸ ਜਿਹੜੀਆਂ ਆ ਦੇ ਆਰ ਯੂਜ਼ਲੀ ਵੈਰੀ ਪੂਅਰ ਇਨ ਆਰਗੈਨਿਕ ਮੈਟਰ ਐਜ਼ ਵੈਲ ਐਜ਼ ਨਾਈਟ੍ਰੋਜਨ ਔਰ ਆਰਗੈਨਿਕ ਮੈਟਰ ਦੀ ਸੋਇਲ ਦੇ ਵਿੱਚ ਕਾਫੀ ਕਮੀ ਹੁੰਦੀ ਹੈ। ਕਨਸਟੈਂਟ ਲੀਚਿੰਗ ਐਂਡ ਹਾਰਵੈਸਟਿੰਗ ਆਫ ਕ੍ਰੌਪਸ ਡਿਪਰਾਈਵ ਦਾ ਸੋਇਲ ਆਫ ਮਿਨਰਲ ਕੰਟੈਂਟਸ। ਕਨਸਟੈਂਟ ਜਿਹੜੀ ਲੀਚਿੰਗ ਹੈਗੀ ਹੈ ਤੇ ਬਾਰ-ਬਾਰ ਉਸੀ ਫੀਲਡਸ ਦੇ ਵਿੱਚ ਬਾਰ-ਬਾਰ ਫਸਲ ਉਗਾਉਣ ਦੇ ਨਾਲ ਜਿਹੜੇ ਨਿਊਟ੍ਰੀਐਂਟਸ ਹੈਗੇ ਆ ਉਹਨਾਂ ਦੀ ਸੋਇਲ ਦੇ ਵਿੱਚ ਮਿੱਟੀ ਦੇ ਵਿੱਚ ਉਹਨਾਂ ਦੀ ਕਮੀ ਹੋ ਜਾਂਦੀ ਆ। It is estimated that different agricultural crops in India remove about 4.27 million tons of nitrogen. 4.27 million tons of nitrogen. ਇਹ ਐਸਟੀਮੇਟ ਲਗਾਇਆ ਗਿਆ ਹੈਗਾ ਕਿ ਹਰ ਸਾਲ ਜਿਹੜੀਆਂ ਇੰਡੀਆ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਕ੍ਰੌਪਸ ਉਗਾਈਆਂ ਜਾਂਦੀਆਂ ਆ ਉਹਦੇ ਨਾਲ ਸੋਇਲ ਦੇ ਵਿੱਚ ਕਿਹੜੀ ਚੀਜ਼ ਦੀ ਕਮੀ ਹੋ ਜਾਂਦੀ ਆ। ਅਬਾਊਟ 4.27 ਮਿਲੀਅਨ ਟਨਸ ਆਫ ਨਾਈਟ੍ਰੋਜਨ ਜਿਹੜੀ ਹੈਗੀ ਆ ਉਹਦੀ ਕਮੀ ਹੋ ਜਾਂਦੀ ਹੈ। 2.13 ਮਿਲੀਅਨ ਟਨਸ ਆਫ ਫਾਸਫੋਰਿਕ ਐਸਿਡ, 7.42 million tons of potash and 4.88 million tons of lime every year. हर साल ये एस्टीमेट लगाया गया है कि डिफरेंट एग्रीकल्चरल क्रॉप्स ਜਿਹੜੀਆਂ ਇੰਡੀਆ ਦੇ ਵਿੱਚ ਉਗਾਈਆਂ ਜਾਂਦੀਆਂ ਆ ਉਹਨਾਂ ਦੇ ਨਾਲ ਅਬਾਊਟ 4.27 ਮਿਲੀਅਨ ਟਨਸ ਆਫ ਨਾਈਟ੍ਰੋਜਨ ਸੋਇਲ ਦੇ ਵਿੱਚੋਂ ਰਿਮੂਵ ਹੋ ਜਾਂਦਾ ਹੈ। 2.13 ਮਿਲੀਅਨ ਟਨਸ ਆਫ ਫਾਸਫੋਰਿਕ ਐਸਿਡ, 7.42 ਮਿਲੀਅਨ ਟਨਸ ਆਫ ਪੋਟਾਸ਼ ਐਂਡ 4.88 ਮਿਲੀਅਨ ਟਨਸ ਆਫ ਲਾਈਮ ਜਿਹੜਾ ਹੈਗਾ ਆ ਉਹ ਹਰ ਸਾਲ ਜਿਹੜਾ ਆ ਉਹ ਸੋਇਲ ਦੇ ਵਿੱਚੋਂ ਰਿਮੂਵ ਹੋ ਜਾਂਦਾ ਹੈ। ਸੋ ਇਸੇ ਕਰਕੇ ਫਰਟੀਲਾਈਜ਼ਰਸ ਜਿਹੜੇ ਹੈਗੇ ਆ, ਫਰਟੀਲਾਈਜ਼ਰਸ ਮੀਨਸ ਖਾਦਾਂ, ਮੈਨੂਅਰ, ਉਹਨਾਂ ਦੀ ਜ਼ਰੂਰਤ ਪੈਂਦੀ ਹੈਗੀ ਹੈ ਇਸ ਕਮੀ ਨੂੰ ਪੂਰਾ ਕਰਨ ਦੇ ਲਈ। ਇੰਡੀਆ ਦੇ ਵਿੱਚ ਇਨ ਇੰਡੀਆ 1969-70 ਦੇ ਵਿੱਚ ਟੋਟਲ ਕੰਜ਼ੰਪਸ਼ਨ ਆਫ ਫਰਟੀਲਾਈਜ਼ਰਸ ਵਾਸ 1.98 million tons. ਇੰਡੀਆ ਦੇ ਵਿੱਚ 1969-70 ਦੇ ਵਿੱਚ ਜਿਹੜੀ ਟੋਟਲ ਫਰਟੀਲਾਈਜ਼ਰਸ ਹੈ, ਖਾਦਾਂ ਆ, ਉਹਨਾਂ ਦੀ ਕਿੰਨੀ ਕੰਜ਼ੰਪਸ਼ਨ ਹੋਈ ਹੈ 1.98 ਮਿਲੀਅਨ ਟਨਸ। ਔਰ 2003-4 ਦੇ ਵਿੱਚ ਇਹ ਜਿਹੜੀ ਫਰਟੀਲਾਈਜ਼ਰਸ ਹੈਗੀ ਆ ਇਹਨਾਂ ਦੀ ਕੰਜ਼ੰਪਸ਼ਨ ਜਿਹੜੀ ਆ ਇਨਕਰੀਜ਼ ਹੋ ਕੇ 16.08 ਮਿਲੀਅਨ ਟਨਸ ਜਿਹੜੀ ਹੈ ਉਹ ਪਹੁੰਚ ਗਈ। ਅਬਾਊਟ ਇਨਕਰੀਜ਼ ਆਫ ਮੋਰ ਦੈਨ 8 ਟਾਈਮਸ, 8 ਗੁਣਾ ਜ਼ਿਆਦਾ ਜਿਹੜੀ ਹੈਗੀ ਆ ਫਰਟੀਲਾਈਜ਼ਰਸ ਹੈਗੇ ਆ ਉਹਨਾਂ ਦੀ ਜਿਹੜੀ ਹੈਗੀ ਆ ਕੰਜ਼ੰਪਸ਼ਨ ਵੱਧ ਗਈ। ਸੋ ਹੁਣ ਫਰਟੀਲਾਈਜ਼ਰਸ ਕੀ ਹੈਗੇ ਆ? ਫਰਟੀਲਾਈਜ਼ਰਸ ਆਰ ਇਨਆਰਗੈਨਿਕ ਮਟੀਰੀਅਲਸ। What are fertilizers? Fertilizers, manure, खादा। Fertilizers की है? Fertilizers are inorganic materials
containing elements in the form of soluble or readily available chemical compounds. Fertilizers की है, fertilizers inorganic material containing elements in the form of soluble or readily available chemical compounds. Fertilizers ਜਿਹੜੇ ਹੈਗੇ ਆ, they are also known as fertilizers are also known as chemical or artificial or inorganic मैन्योर्स। फर्टिलाइजर्स ਜਿਹੜੇ ਆ ਉਹਨਾਂ ਨੂੰ ਆਰਟੀਫੀਸ਼ੀਅਲ ਔਰ ਕੈਮੀਕਲ ਔਰ ਇਨਆਰਗੈਨਿਕ ਮੈਨਿਓਰਸ ਜਿਹੜੇ ਆ ਉਹ ਵੀ ਕਿਹਾ ਜਾਂਦਾ ਹੈਗਾ ਆ। ਸੋ ਹੁਣ ਸਟੂਡੈਂਟਸ ਅਸੀਂ ਡਿਸਕਸ ਕਰਾਂਗੇ ਕਿ ਜਿਹੜੇ ਫਰਟੀਲਾਈਜ਼ਰਸ ਯੂਜ਼ ਹੁੰਦੇ ਹੈਗੇ ਆ ਅਸੀਂ ਆਪਣੇ ਫੀਲਡਸ ਦੇ ਵਿੱਚ ਯੂਜ਼ ਕਰਦੇ ਹੈਗੇ ਆ ਤਾਂ ਕਿ ਸਾਡੀ ਕ੍ਰੌਪਸ ਜਿਹੜੀਆਂ ਉਹਨਾਂ ਦੀ ਪ੍ਰੋਡਕਟਿਵਿਟੀ ਫਸਲਾਂ ਦੀ ਪੈਦਾਵਾਰ ਇਨਕਰੀਜ਼ ਹੋਵੇ। ਉਹਨਾਂ ਦੇ ਕੀ ਇਲ ਇਫੈਕਟਸ ਹੈਗੇ, ill effects of chemical fertilizers। ਜਿਹੜੇ ਕੈਮੀਕਲ ਫਰਟੀਲਾਈਜ਼ਰਸ ਰਸਾਇਣਿਕ ਖਾਦਾਂ ਯੂਜ਼ ਕੀਤੀਆਂ ਜਾਂਦੀਆਂ ਆ ਖੇਤਾਂ ਦੇ ਵਿੱਚ ਉਹਨਾਂ ਦੇ ਕੀ ਇਲ ਇਫੈਕਟਸ ਹੈਗੇ ਆ, ਕੀ ਉਹਨਾਂ ਦੇ ਬੁਰੇ ਪ੍ਰਭਾਵ ਹੈਗੇ ਆ। ਫਰਸਟ ਵਨ ਇਜ਼ ਇਹ ਕੈਮੀਕਲ ਫਰਟੀਲਾਈਜ਼ਰਸ ਕੀ ਹੈਗੇ ਆ, ਦੇ ਆਰ ਐਕਸਪੈਂਸਿਵ। ਐਕਸਪੈਂਸਿਵ ਮੀਨਸ ਕਾਸਟਲੀ ਹੈ, महंगे है ये, and their manufacture depends upon the dwindling resources of energy like petroleum and coal। इन्हां नूं बनाउण दे लई पेट्रोलियम एंड कोल एनर्जी रिसोर्सेज जिहड़े आ उन्हां ते डिपेंड करना पैंदा हैगा आ। एंड थर्ड इल इफेक्ट की हैगा आ, देयर प्रोडक्शन रिलीजेस पोल्यूटेंट्स। ਜਦੋਂ ਇਹਨਾਂ ਦੀ ਪ੍ਰੋਡਕਸ਼ਨ ਕੀਤੀ ਜਾਂਦੀ ਹੈ ਕੈਮੀਕਲ ਫਰਟੀਲਾਈਜ਼ਰਸ ਜਿਹੜੇ ਹੈਗੇ ਆ ਉਹ ਬਣਾਏ ਜਾਂਦੇ ਹੈਗੇ ਆ ਤਾਂ ਇਹ ਕੀ ਕਰਦੇ ਆ, ਪੋਲਿਊਟੈਂਟਸ ਪ੍ਰਦੂਸ਼ਕ ਰਿਲੀਜ਼ ਕਰਦੇ ਹੈਗੇ ਆ ਜਿਹੜੇ ਅੱਗੇ ਪੋਲਿਊਸ਼ਨ ਫੈਲਾਉਂਦੇ ਆ। fourth one is they are lost readily when applied in field by surface runoff and thus pollute soil and water resources। ਜਦੋਂ ਇਹਨਾਂ ਨੂੰ ਫੀਲਡਸ ਦੇ ਵਿੱਚ ਖੇਤਾਂ ਦੇ ਵਿੱਚ ਫਰਟੀਲਾਈਜ਼ਰਸ ਨੂੰ ਅਪਲਾਈ ਕੀਤਾ ਜਾਂਦਾ ਹੈਗਾ ਆ ਤੇ ਰੈਡੀਲੀ ਦੇ ਆਰ ਲੋਸਟ ਰੈਡੀਲੀ ਔਰ ਦੇ ਸਰਫੇਸ ਰਨ ਆਫ ਦੇ ਨਾਲ ਇਹ ਅੱਗੇ ਮਿੱਟੀ ਦੇ ਵਿੱਚ ਔਰ ਪਾਣੀ ਦੇ ਵਿੱਚ ਜਾ ਕੇ ਰਲ ਜਾਂਦੇ ਹੈਗੇ ਫਰਟੀਲਾਈਜ਼ਰਸ ਤੇ ਮਿੱਟੀ ਨੂੰ ਸੋਇਲ ਨੂੰ ਔਰ ਵਾਟਰ ਨੂੰ ਇਹ ਪੋਲਿਊਟ ਕਰ ਦਿੰਦੇ ਹੈਗੇ। ਸੋ ਇਹ ਜਿਹੜੇ ਕੈਮੀਕਲ ਫਰਟੀਲਾਈਜ਼ਰਸ ਹੈਗੇ ਆ ਦੇ ਆਰ ਯੂਜ਼ਡ ਇਨ ਇਨਕਰੀਜ਼ਿੰਗ ਅਮਾਉਂਟਸ, ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਯੂਜ਼ ਹੁੰਦੇ ਹੈਗੇ। ਕਿਉਂ ਹੁੰਦੇ ਆ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਯੂਜ਼ ਇਨ ਆਰਡਰ ਟੂ ਇਨਕਰੀਜ਼ ਦਾ ਆਊਟਪੁੱਟ ਇਨ ਹਾਈ ਯੀਲਡਿੰਗ ਵੈਰਾਈਟੀਜ਼ ਆਫ ਕ੍ਰੌਪਸ। ਜ਼ਿਆਦਾ ਮਾਤਰਾ ਦੇ ਵਿੱਚ ਫਰਟੀਲਾਈਜ਼ਰਸ ਕੈਮੀਕਲ ਫਰਟੀਲਾਈਜ਼ਰ ਯੂਜ਼ ਹੁੰਦੇ ਆ ਤਾਂ ਕਿ ਜਿਹੜੀ ਕ੍ਰੌਪਸ ਹੈਗੀ ਫਸਲਾਂ ਦੀ ਜਿਹੜੀ ਪ੍ਰੋਡਕਟਿਵਿਟੀ ਹੈਗੀ ਉਹ ਇਨਕਰੀਜ਼ ਹੋਵੇ, ਫਸਲਾਂ ਦੀ ਜਿਹੜੀ ਪੈਦਾਵਾਰ ਹੈ ਉਹ ਵਧੇ। However, due to excessive pollution because of these chemical fertilizers, there is pressure to shift to organic farming। ਇਹ chemical fertilizers ਜਿਹੜੇ ਹੈਗੇ ਆ ਉਹਨਾਂ ਦੇ ਨਾਲ pollution ਬਹੁਤ ਹੁੰਦਾ ਹੈ, ਇਸ ਕਰਕੇ ਇਸ ਚੀਜ਼ ਦਾ ਪ੍ਰੈਸ਼ਰ ਵਧਿਆ ਹੈਗਾ ਆ ਕਿ ਜਿਹੜੀ organic farming ਹੈਗੀ ਹੈ ਉਹਦੇ ਵੱਲ shift ਕੀਤਾ ਜਾਵੇ। Organic farming ਕੀ ਹੁੰਦੀ ਹੈ? Use of biofertilizers। ਅਜਿਹੀ ਫਾਰਮਿੰਗ ਜਿਹਦੇ ਵਿੱਚ ਫਰਟੀਲਾਈਜ਼ਰਸ ਕੈਮੀਕਲ ਫਰਟੀਲਾਈਜ਼ਰਸ ਦੀ ਜਗ੍ਹਾ ਤੇ ਬਾਇਓ ਫਰਟੀਲਾਈਜ਼ਰਸ ਜਿਹੜੇ ਆ ਉਹ ਯੂਜ਼ ਕਰਕੇ ਫਾਰਮਿੰਗ ਕੀਤੀ ਜਾਵੇ, ਖੇਤੀ ਕੀਤੀ ਜਾਵੇ, ਉਹਨੂੰ ਬਾਇਓ ਫਰਟੀਲਾਈਜ਼ਰਸ, ਉਹਨੂੰ ਆਰਗੈਨਿਕ ਫਾਰਮਿੰਗ ਕਹਿੰਦੇ ਹੈਗੇ ਆ ਜਿਹਦੇ ਵਿੱਚ ਬਾਇਓ ਫਰਟੀਲਾਈਜ਼ਰਸ ਯੂਜ਼ ਕੀਤੇ ਜਾਂਦੇ ਆ ਇਨਸਟੈਡ ਆਫ ਕੈਮੀਕਲ ਫਰਟੀਲਾਈਜ਼ਰਸ। ਸੋ ਹੁਣ ਬਾਇਓ ਫਰਟੀਲਾਈਜ਼ਰਸ ਕੀ ਹੁੰਦੇ? What are biofertilizers?
Biofertilizers are the microorganisms or microbes which enrich the nutrient quality of the soil. ਬਾਇਓਫਰਟੀਲਾਈਜ਼ਰਸ ਉਹ ਮਾਈਕਰੋ ਆਰਗੇਨਿਜ਼ਮਸ ਹੁੰਦੇ ਆ, ਉਹ ਮਾਈਕਰੋਬਸ ਹੁੰਦੇ ਆ ਜਿਹੜੇ ਸੋਇਲ ਦੀ ਨਿਊਟ੍ਰੀਐਂਟ ਕੁਆਲਿਟੀ ਨੂੰ ਐਨਰਿਚ ਕਰ ਦਿੰਦੇ ਆ, ਵਧਾ ਦਿੰਦੇ ਆ। ਨਿਊਟ੍ਰੀਐਂਟ ਕੁਆਲਿਟੀ ਕਿਹੜੇ ਕਿਹੜੇ ਨਿਊਟ੍ਰੀਐਂਟਸ ਜਿਹੜੇ ਹੈਗੇ ਆ ਉਹਨਾਂ ਸੋਇਲ ਦੇ ਵਿੱਚ ਉਹਨਾਂ ਦੀ ਮਾਤਰਾ ਨੂੰ ਐਨਰਿਚ ਕਰ ਦਿੰਦੇ ਆ, ਵਧਾ ਦਿੰਦੇ ਆ, ਨਾਈਟ੍ਰੋਜਨ, ਫਾਸਫੋਰਸ ਐਕਸਟਰਾ। So biofertilizers are the microorganisms which enrich the nutrient quality of the soil. Now, how biofertilizers enrich the nutrient quality of the soil? ਹੁਣ ਇਹ ਜਿਹੜੇ ਬਾਇਓਫਰਟੀਲਾਈਜ਼ਰਸ ਹੈ ਇਹ ਸੋਇਲ ਦੀ ਨਿਊਟ੍ਰੀਐਂਟ ਕੁਆਲਿਟੀ ਨੂੰ ਕਿਵੇਂ ਐਨਰਿਚ ਕਰਦੇ ਆ, ਕਿਵੇਂ ਵਧਾਉਂਦੇ ਆ। these microbes help in supplying the nutrients to the plant। ਇਹ ਜਿਹੜੇ ਮਾਈਕਰੋ ਆਰਗੇਨਿਜ਼ਮਸ ਹੈਗੇ ਪਲਾਂਟ ਨੂੰ ਨਿਊਟ੍ਰੀਐਂਟ ਜਿਹੜੇ ਹੈਗੇ ਆ ਪੋਸ਼ਕ ਤੱਤ ਹੈਗੇ ਆ ਉਹ ਸਪਲਾਈ ਕਰਦੇ ਹੈਗੇ ਆ, ਉਹਦੇ ਵਿੱਚ ਹੈਲਪ ਕਰਦੇ ਹੈਗੇ ਆ ਪਲਾਂਟਸ ਨੂੰ। So by their natural biological activity they mobilize the availability of the nutrients to the plants, thus improving the fertility of the soil। ਆਪਣੀ ਨੈਚੁਰਲ ਬਾਇਓਲੋਜੀਕਲ ਐਕਟੀਵਿਟੀ ਦੇ ਨਾਲ ਇਹ ਜਿਹੜੇ ਬਾਇਓਫਰਟੀਲਾਈਜ਼ਰਸ ਆ, ਇਹ ਜਿਹੜੇ ਮਾਈਕਰੋ ਆਰਗੇਨਿਜ਼ਮਸ ਹੈਗੇ ਆ ਉਹ ਕੀ ਕਰਦੇ ਹੈਗੇ ਆ, ਮੋਬਿਲਾਈਜ਼ ਦਾ ਅਵੇਲੇਬਿਲਿਟੀ ਆਫ ਦਾ ਨਿਊਟ੍ਰੀਐਂਟਸ ਟੂ ਦਾ ਪਲਾਂਟਸ ਨੂੰ ਜਿਹੜੀ ਹੈਗੀ ਹੈ ਨਿਊਟ੍ਰੀਐਂਟਸ ਦੀ ਅਵੇਲੇਬਿਲਿਟੀ ਜਿਹੜੀ ਹੈਗੀ ਹੈ ਉਹ ਦਿੰਦੇ ਹੈਗੇ ਨਿਊਟ੍ਰੀਐਂਟਸ, ਜਿਹਦੇ ਨਾਲ ਕੀ ਹੁੰਦਾ ਹੈਗਾ ਆ ਕਿ ਸੋਇਲ ਜਿਹੜਾ ਉਹਦੀ ਫਰਟੀਲਿਟੀ, ਉਹਦਾ ਉਪਜਾਊਪਨ ਜਿਹੜਾ ਹੈ ਉਹ ਵੱਧਦਾ ਹੈ। ਹੁਣ ਅਸੀਂ ਜਿਹੜੇ ਫਰਟੀਲਾਈਜ਼ਰਸ ਹੈ ਜਿਵੇਂ ਪਹਿਲਾਂ ਅਸੀਂ ਡਿਸਕਸ ਕੀਤਾ, ਕੈਮੀਕਲ ਫਰਟੀਲਾਈਜ਼ਰਸ ਅਸੀਂ ਸੋਇਲ ਦੇ ਵਿੱਚ ਕਿਉਂ ਪਾਉਂਦੇ ਆ, ਤਾਂ ਕਿ ਜਿਹੜੀ ਸੋਇਲ ਹੈਗੀ ਆ ਉਹਦੀ ਫਰਟੀਲਿਟੀ ਇਨਕਰੀਜ਼ ਹੋਵੇ, ਉਹਦੀ ਉਪਜਾਊਪਨ ਇਨਕਰੀਜ਼ ਹੋਵੇ, ਸੋਇਲ ਮਿੱਟੀ ਜਿਹੜੀ ਆ ਉਹ ਉਪਜਾਊ ਬਣੇ ਤਾਂ ਕਿ ਉਹਦੇ ਵਿੱਚ ਹੋਣ ਵਾਲੀ ਜਿਹੜੀ ਫਸਲ ਹੈਗੀ ਆ ਉਹਦੀ ਪੈਦਾਵਾਰ ਵਧੇ। ਸੋ ਕੈਮੀਕਲ ਫਰਟੀਲਾਈਜ਼ਰਸ ਦੇ ਇਲ ਇਫੈਕਟਸ ਬੁਰੇ ਪ੍ਰਭਾਵ ਕਰਕੇ ਫਿਰ ਆਰਗੈਨਿਕ ਫਾਰਮਿੰਗ ਵੱਲ ਸ਼ਿਫਟ ਹੋਇਆ ਗਿਆ ਤਾਂ ਕਿ ਪੋਲਿਊਸ਼ਨ, ਕਿਉਂਕਿ ਕੈਮੀਕਲ ਫਰਟੀਲਾਈਜ਼ਰਸ ਦੇ ਨਾਲ ਪੋਲਿਊਸ਼ਨ ਬਹੁਤ ਹੁੰਦਾ ਹੈਗਾ ਜਾਂ ਸੋਇਲ ਵਾਟਰ ਪੋਲਿਊਸ਼ਨ ਹੁੰਦਾ ਹੈ, ਇਸ ਕਰਕੇ ਆਰਗੈਨਿਕ ਫਾਰਮਿੰਗ ਵੱਲ ਜਿਹੜਾ ਹੈ ਉਹ ਸ਼ਿਫਟ ਹੋ ਗਿਆ ਤਾਂ ਕਿ ਆਰਗੈਨਿਕ ਫਾਰਮਿੰਗ ਕੀ ਹੈ ਜਿਹਦੇ ਵਿੱਚ ਕੈਮੀਕਲ ਫਰਟੀਲਾਈਜ਼ਰਸ ਨਹੀਂ ਯੂਜ਼ ਹੁੰਦੇ, ਉਹਨਾਂ ਦੀ ਜਗ੍ਹਾ ਤੇ ਬਾਇਓ ਫਰਟੀਲਾਈਜ਼ਰਸ ਯੂਜ਼ ਹੁੰਦੇ। ਬਾਇਓ ਫਰਟੀਲਾਈਜ਼ਰਸ ਕੀ ਹੈ, ਉਹ ਮਾਈਕਰੋ ਆਰਗੇਨਿਜ਼ਮਸ ਹੈਗੇ ਆ ਜਿਹੜੇ ਸੋਇਲ ਦੀ ਨਿਊਟ੍ਰੀਐਂਟ ਕੁਆਲਿਟੀ ਨੂੰ ਐਨਰਿਚ ਕਰ ਦਿੰਦੇ ਆ। ਹੁਣ ਕਿਉਂ ਜ਼ਰੂਰਤ, ਕਿਵੇਂ ਐਨਰਿਚ ਕਰਦੇ ਹੈਗੇ ਆ ਜਿਹੜੇ ਬਾਇਓ ਫਰਟੀਲਾਈਜ਼ਰਸ ਆ ਸੋਇਲ ਦੀ ਨਿਊਟ੍ਰੀਐਂਟ ਕੁਆਲਿਟੀ ਨੂੰ, ਦੇ ਬਾਈ देयर natural biological activity they mobilize the availability of nutrients to the plants, thus improving the fertility of the soil। ਹੁਣ ਬਾਇਓ ਫਰਟੀਲਾਈਜ਼ਰਸ ਜਿਹੜੇ ਹੈਗੇ ਆ ਕਿ ਕੀ ਹੈਗੇ ਮੇਨ ਸੋਰਸਸ ਆਫ ਬਾਇਓ ਫਰਟੀਲਾਈਜ਼ਰਸ। Sources of biofertilizers। Biofertilizers ਦੇ ਕਿਹੜੇ sources ਹੈਗੇ ਆ, ਕਿਹੜੇ ਮਾਈਕਰੋ ਆਰਗੇਨਿਜ਼ਮਸ ਜਿਹੜੇ ਆ ਉਹ ਬਾਇਓਫਰਟੀਲਾਈਜ਼ਰਸ ਦੇ ਤੌਰ ਤੇ ਐਕਟ ਕਰਦੇ ਆ। ਅਸੀਂ ਕਿਨ ਡਿਸਕਸ ਕਰਾਂਗੇ, ਬੈਕਟੀਰੀਆ, second one fungi and third one cyanobacteria। ਅਸੀਂ ਸਭ ਤੋਂ ਪਹਿਲਾਂ ਡਿਸਕਸ ਕਰਾਂਗੇ ਬੈਕਟੀਰੀਆ। ਬੈਕਟੀਰੀਆ ਐਜ਼ ਬਾਇਓਫਰਟੀਲਾਈਜ਼ਰਸ, ਇਹਦੇ ਵਿੱਚ ਅਸੀਂ ਦੋ ਡਿਸਕਸ ਕਰਾਂਗੇ। ਫਰਸਟ ਵਨ ਇਜ਼ ਰਾਈਜ਼ੋਬੀਅਮ। ਰਾਈਜ਼ੋਬੀਅਮ ਬੈਕਟੀਰੀਆ ਜਿਹੜਾ ਹੁੰਦਾ ਆ ਇਟ ਲਿਵਸ ਇਨ ਦਾ ਰੂਟ ਨੋਡਿਊਲਸ ਆਫ ਦਾ ਲੈਗੂਮੀਨਸ ਪਲਾਂਟਸ। ਜਿਹੜੇ ਲੈਗਿਊਮ ਜਿਹੜੇ ਪਲਾਂਟਸ ਨੂੰ ਲੱਗਦੇ ਆ, ਲੈਗੂਮੀਨਸ ਪਲਾਂਟਸ, ਫਲੀਦਾਰ ਪੌਦੇ ਹੁੰਦੇ ਜਿਵੇਂ ਮਟਰ ਹੋ ਗਏ, ਦਾਲਾਂ ਹੋ ਗਈਆਂ, ਇਹਨਾਂ ਪੌਦਿਆਂ ਦੀਆਂ ਜਿਹੜੀਆਂ ਰੂਟਸ ਹੁੰਦੀਆਂ ਉਹਨਾਂ ਦੇ ਵਿੱਚ ਨੋਡਿਊਲਸ ਹੁੰਦੇ ਹੈਗੇ ਆ, ਗੰਢਾਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਰਾਈਜ਼ੋਬੀਅਮ ਜਿਹੜੇ ਬੈਕਟੀਰੀਆ ਰਹਿੰਦੇ ਆ। ਐਂਡ ਦੇ ਫਿਕਸ ਦਾ ਐਟਮੋਸਫੈਰਿਕ ਨਾਈਟ੍ਰੋਜਨ ਇਨਟੂ ਆਰਗੈਨਿਕ ਕੰਪਾਊਂਡ। ਇਹ ਰਾਈਜ਼ੋਬੀਅਮ ਬੈਕਟੀਰੀਆ ਕੀ ਕਰਦਾ ਆ, ਫਿਕਸ ਨਾਈਟ੍ਰੋਜਨ, ਐਟਮੋਸਫੇਅਰ ਦੀ ਨਾਈਟ੍ਰੋਜਨ ਨੂੰ ਇਨਟੂ ਆਰਗੈਨਿਕ ਕੰਪਾਊਂਡਸ ਦੇ ਵਿੱਚ ਇਹ ਫਿਕਸ ਕਰਦਾ ਹੈ।
The rhizobium bacteria which lives in the root nodules of the leguminous plants fix the atmospheric nitrogen into organic compounds। ਹੁਣ ਜਿਹੜੇ ਰਾਈਜ਼ੋਬੀਅਮ ਬੈਕਟੀਰੀਆ ਹੈਗੇ ਆ ਇਹ ਕੀ ਕਰਦੇ ਆ ਲੈਗੂਮੀਨਸ ਪਲਾਂਟਸ ਦੇ ਵਿੱਚ ਜਿਹੜੀਆਂ ਰੂਟਸ ਹੈਗੀਆਂ ਉਹਨਾਂ ਦੇ ਵਿੱਚ ਨੋਡਿਊਲਸ ਜਿਹੜੀਆਂ ਹੈਗੀਆਂ ਉਹ ਪ੍ਰੋਡਿਊਸ ਕਰਦੇ ਆ ਔਰ ਇਟ ਹੈਜ਼ ਦਾ ਕੈਪੈਸਿਟੀ ਟੂ ਫਿਕਸ ਦਾ ਐਟਮੋਸਫੇਰਿਕ ਨਾਈਟ੍ਰੋਜਨ। ਰਾਈਜ਼ੋਬੀਅਮ ਜਿਹੜਾ ਹੈਗਾ ਆ ਉਹ ਐਟਮੋਸਫੇਅਰ ਦੀ ਨਾਈਟ੍ਰੋਜਨ ਨੂੰ ਫਿਕਸ ਕਰਦਾ ਆ in the presence of a red pigment known as leg hemoglobin and nitrogenase enzyme। स्टूडेंट्स ਇਹਦੇ ਬਾਰੇ ਤੁਸੀਂ +1 ਦੇ ਵਿੱਚ ਚੈਪਟਰ 12 ਮਿਨਰਲ ਨਿਊਟ੍ਰੀਸ਼ਨ ਦੇ ਵਿੱਚ ਤੁਸੀਂ ਇਹ ਪੜ੍ਹ ਚੁੱਕੇ ਹੋ ਕਿ ਕਿਵੇਂ ਨੋਡਿਊਲ ਫਾਰਮੇਸ਼ਨ ਹੁੰਦੀ ਹੈ ਜਿਹੜੇ ਲੈਗੂਮੀਨਸ ਪਲਾਂਟਸ ਹੈਗੇ ਆ ਔਰ ਲੈਗ ਹੀਮੋਗਲੋबिन ਪਿਗਮੈਂਟ ਹੈਗਾ ਔਰ ਨਾਈਟ੍ਰੋਜੀਨੀਅਸ ਐਂਜ਼ਾਈਮ ਜਿਹੜੇ ਆ ਉਹ ਕਿਵੇਂ ਨੋਡਿਊਲ ਫਾਰਮੇਸ਼ਨ ਜਿਹੜੀ ਆ ਉਹਦੇ ਵਿੱਚ ਹੈਲਪ ਕਰਦੇ ਆ। ਉਸ ਤੋਂ ਬਾਅਦ ਅਸੀਂ ਬੈਕਟੀਰੀਆ ਦੇ ਵਿੱਚ ਸੈਕੰਡ ਅਸੀਂ ਡਿਸਕਸ ਕਰਾਂਗੇ ਐਜ਼ੋਟੋਬੈਕਟਰ ਐਂਡ ਐਜ਼ੋਸਪਾਇਰਿਲਮ। ਐਜ਼ੋਟੋਬੈਕਟਰ ਐਂਡ ਐਜ਼ੋਸਪਾਇਰਿਲਮ ਜਿਹੜੇ ਬੈਕਟੀਰੀਆ ਆ ਦੇ ਆਰ ਫ੍ਰੀ ਲਿਵਿੰਗ ਬੈਕਟੀਰੀਆ ਹੁੰਦੇ ਹੈਗੇ ਆ ਜਿਹੜੇ which absorb the free nitrogen from the soil or air ਦੇ ਵਿੱਚੋਂ ਇਹ free nitrogen ਨੂੰ absorb ਕਰਦੇ ਹੈਗੇ ਆ। ਠੀਕ ਹੈ they absorb free nitrogen from soil and air और ਜਿਹੜੀ absorb ਕਰਦੇ ਆ free nitrogen from soil and air ਉਹਨੂੰ ਇਹ ਕਨਵਰਟ ਕਰਦੇ ਹੈਗੇ ਆ into salts of nitrogen like amino acids। amino acids ਦੇ ਵਿੱਚ ਇਹ free nitrogen ਜਿਹੜੀ soil ਔਰ air ਦੇ ਵਿੱਚੋਂ absorb ਕਰਦੇ ਆ ਉਹਨੂੰ ਇਹ ਕਾਦੇ ਵਿੱਚ ਕਨਵਰਟ ਕਰ ਦਿੰਦੇ ਆ salts of nitrogen like amino acids and enrich the soil ਦੇ ਵਿੱਚ nutrients ਜਿਹੜੇ ਆ ਉਹਨਾਂ ਦੀ ਮਾਤਰਾ ਨੂੰ ਇਹ enrich ਕਰ ਦਿੰਦੇ ਹੈਗੇ ਆ। ਸੋ ਇਹ ਦੋ ਬੈਕਟੀਰੀਆ ਸੀਗੇ ਵਿੱਚ ਐਕਟ ਐਜ਼ ਜਿਹਦੇ ਵਿੱਚ ਅਸੀਂ ਰਾਈਜ਼ੋਬੀਅਮ ਤੇ ਐਜ਼ੋਟੋਬੈਕਟਰ ਤੇ ਐਜ਼ੋਸਪਾਇਰਿਲਮ ਡਿਸਕਸ ਕੀਤਾ ਹੈਗਾ ਆ ਜਿਹੜੇ ਐਕਟ ਐਜ਼ ਬਾਇਓ ਫਰਟੀਲਾਈਜ਼ਰਸ। ਨਾਓ ਵੀ ਵਿਲ ਡਿਸਕਸ ਦਾ ਫੰਜਾਈ ਐਜ਼ ਬਾਇਓ ਫਰਟੀਲਾਈਜ਼ਰਸ। ਜਿਹੜੇ ਫੰਜਾਈ ਹੈਗੇ ਆ ਉਹ ਕਿਵੇਂ ਬਾਇਓ ਫਰਟੀਲਾਈਜ਼ਰਸ ਦੇ ਤੌਰ ਤੇ ਐਕਟ ਕਰਦੇ ਹੈਗੇ ਆ। ਫੰਜਾਈ ਜਿਹੜੇ ਹੈਗੇ ਆ ਦੇ ਫਾਰਮਸ ਦਾ ਸਿੰਬਿਓਟਿਕ ਐਸੋਸੀਏਸ਼ਨ ਵਿਦ ਰੂਟਸ ਆਫ ਹਾਇਰ ਪਲਾਂਟਸ। हायर प्लांट्स दी रूट्स दे नाल ये अपनी एसोसिएशन बनाते हैं और उस एसोसिएशन नु की कहते हैं माइकोराइजा। द फंजाई makes a symbiotic association with the roots of higher plants and this association is known as mycorrhiza and ਫਿਰ ਇਹ ਕੀ ਕਰਦੇ ਆ ਦੇ ਐਬਜ਼ੌਰਬ ਦਾ ਫਾਸਫੋਰਸ ਫਰੋਮ ਦਾ ਸੋਇਲ ਦੇ ਵਿੱਚੋਂ ਇਹ ਫਾਸਫੋਰਸ ਨੂੰ ਐਬਜ਼ੌਰਬ ਕਰਦੇ ਹੈਗੇ ਆ ਐਂਡ ਪਾਸ ਇਟ ਟੂ ਦਾ ਪਲਾਂਟਸ ਨੂੰ ਇਹ ਪਾਸ ਕਰ ਦਿੰਦੇ ਹੈਗੇ ਆ। ਜਿਹੜੇ ਫੰਗਲ ਹਾਈਫੇ ਹੁੰਦੇ ਹੈਗੇ ਉਹ ਕੀ ਕਰਦੇ ਆ ਦੇ ਇਨਕਰੀਜ਼ ਦਾ ਸਰਫੇਸ ਏਰੀਆ ਫॉर ਐਬਜ਼ੌਰਪਸ਼ਨ ਆਫ ਵਾਟਰ ਔਰ ਮਿਨਰਲਸ ਦੀ ਐਬਜ਼ੌਰਪਸ਼ਨ ਦੇ ਲਈ ਫੰਗਲ ਹਾਈਫੇ ਸਰਫੇਸ ਏਰੀਆ ਇਨਕਰੀਜ਼ ਕਰ ਦਿੰਦੇ ਹੈਗੇ ਆ। ਠੀਕ ਹੈ increase the surface area for absorption of water and minerals by the roots of the higher plants। और ਇਹਦੀ एग्जांपल ਕੀ ਹੈਗੀ ਆ ਕਿਹੜੀ ਫੰਜਾਈ ਹੈਗੀ ਹੈ ਠੀਕ ਹੈ ਉਹਦੀ एग्जांपल ਹੈ ਗਲੋਮਸ ਫੰਜਾਈ ਜਿਹੜੀ ਹੈਗੀ ਹੈ ਇਹ ਰੂਟਸ ਆਫ ਹਾਇਰ ਪਲਾਂਟਸ ਦੇ ਨਾਲ ਐਸੋਸੀਏਸ਼ਨ ਬਣਾਉਂਦੀ ਹੈ ਨੋਨ ਐਜ਼ ਮਾਈਕੋਰਾਈਜ਼ਾ ਐਂਡ ਐਬਜ਼ੌਰਬ ਫਾਸਫੋਰਸ ਫਰੋਮ ਦਾ soil and pass it to the plants। ਇਸ ਤੋਂ ਇਲਾਵਾ ਜਿਹੜੀ ਫੰਜਾਈ ਹੈਗੀ ਹੈ ਇਹ ਨਿਊਟ੍ਰੀਐਂਟਸ ਤਾਂ ਐਬਜ਼ੌਰਬ ਕਰਦੀ ਹੈਗੀ ਹੈ ਤੇ ਹਾਇਰ ਪਲਾਂਟਸ ਦੀ ਰੂਟਸ ਦੇ ਨਾਲ ਐਸੋਸੀਏਸ਼ਨ ਬਣਾ ਕੇ ਰਹਿੰਦੀ ਹੈ ਤੇ ਹਾਇਰ ਪਲਾਂਟਸ ਨੂੰ ਜਿਹੜੇ ਉਹ ਨਿਊਟ੍ਰੀਐਂਟਸ ਲਾਈਕ ਫਾਸਫੋਰਸ ਐਬਜ਼ੌਰਬ ਕੀਤੇ ਹੈਗੀ ਉਹ ਤਾਂ ਪਲਾਂਟਸ ਨੂੰ ਦਿੰਦੀ ਆ। ਉਸ ਤੋਂ ਇਲਾਵਾ ਹੋਰ ਕੀ ਬੈਨੀਫਿਟਸ ਹੈਗੇ ਹੈ ਜਿਹੜੇ ਫੰਜਾਈ ਜਿਹੜੀ ਐਕਟ ਐਜ਼ ਬਾਇਓ ਫਰਟੀਲਾਈਜ਼ਰਸ ਉਹ ਹੋਰ ਕੀ ਉਹਦੇ ਬੈਨੀਫਿਟਸ ਹੈਗੇ ਪਲਾਂਟਸ ਵਿਦ ਮਾਈਕੋਰਾਈਜ਼ਲ ਐਸੋਸੀਏਸ਼ਨ shows other benefits। ਕਿਹੜੇ benefits ਹੋ ਰਹੇ ਸ਼ੋ ਕਰਦੀ ਹੈਗੀ ਹੈ resistance to root borne pathogens। ਜਿਹੜੇ root borne pathogens ਹੈਗੇ ਹੈ
ਉਹਨਾਂ ਤੋਂ ਵੀ ਪਲਾਂਟ ਨੂੰ ਰੈਜ਼ਿਸਟੈਂਸ ਪ੍ਰੋਵਾਈਡ ਕਰਦੀ ਹੈਗੀ ਹੈ ਫੰਜਾਈ। ਹੋਰ ਟੋਲਰੈਂਸ ਟੂ, ਹੋਰ ਬੈਨੀਫਿਟ ਕੀ ਹੈ, ਟੋਲਰੈਂਸ ਟੂ ਸੈਲਿਨਿਟੀ ਐਂਡ ਡਰੌਟ। ਸੈਲਿਨਿਟੀ ਐਂਡ ਡਰੌਟ ਤੋਂ ਵੀ ਪਲਾਂਟ ਨੂੰ ਜਿਹੜਾ ਹੈਗਾ ਆ ਉਹ ਟੋਲਰੈਂਸ ਪ੍ਰੋਵਾਈਡ ਕਰਦੀ ਹੈਗੀ ਹੈ। ਐਂਡ ਓਵਰऑल ਇਨਕਰੀਜ਼ ਇਨ plant growth and development। ਜਿਹੜੀ ਫੰਜਾਈ ਐਸੋਸੀਏਸ਼ਨ ਬਣਾ ਕੇ ਰਹਿੰਦੀ ਹੈ ਰੂਟਸ ਆਫ ਹਾਇਰ ਪਲਾਂਟਸ ਦੇ ਨਾਲ, ਉਹ ਕੀ ਕਰਦੀ ਹੈ, ਪਲਾਂਟ ਨੂੰ ਓਵਰਆਲ ਗਰੋਥ ਐਂਡ ਡਿਵੈਲਪਮੈਂਟ ਜਿਹੜੀ ਹੈਗੀ ਹੈ ਉਹਦੇ ਵਿੱਚ ਵੀ ਹੈਲਪ ਕਰਦੀ ਹੈਗੀ ਹੈ। ਐਂਡ ਥੀਸ ਹੈਲਪ ਇਨ ਕਨਵਰਜਨ ਆਫ ਮਾਰਜਨਲ ਸੋਇਲ ਟੂ ਪ੍ਰੋਡਕਟਿਵ ਸੋਇਲ। ਮਾਰਜਨਲ ਸੋਇਲ ਨੂੰ ਪ੍ਰੋਡਕਟਿਵ ਸੋਇਲ ਦੇ ਵਿੱਚ ਵੀ ਕਨਵਰਟ ਕਰਨ ਦੇ ਵਿੱਚ ਫੰਜਾਈ ਜਿਹੜੀ ਹੈ ਵਿਚ ਐਕਟ ਐਸ ਬਾਇਓ ਫਰਟੀਲਾਈਜ਼ਰ ਉਹ ਹੈਲਪ ਕਰਦੀ ਹੈਗੀ। ਸੋ ਸਟੂਡੈਂਟਸ ਇਹ ਤਾਂ ਸੀਗਾ ਕਿ ਫੰਜਾਈ ਜਿਹੜੇ ਹੈਗੇ ਆ ਦੇ ਐਕਟ ਐਸ ਬਾਇਓ ਫਰਟੀਲਾਈਜ਼ਰਸ। ਉਹਦੇ ਵਿੱਚ ਅਸੀਂ ਡਿਸਕਸ ਕੀਤਾ ਕਿ ਜਿਹੜੇ ਫੰਜਾਈ ਹੈਗੇ ਆ ਉਹ ਸਿੰਬਿਓਟਿਕ ਐਸੋਸੀਏਸ਼ਨ ਬਣਾ ਕੇ ਰਹਿੰਦੇ ਆ ਵਿਦ ਦ ਰੂਟਸ ਆਫ ਹਾਇਰ ਪਲਾਂਟਸ, ਔਰ ਪਲਾਂਟਸ ਨੂੰ ਉਹ ਸੋਇਲ ਦੇ ਵਿੱਚੋਂ ਨਿਊਟ੍ਰੀਐਂਟਸ ਐਬਜ਼ੌਰਬ ਕਰਕੇ ਪਲਾਂਟ ਨੂੰ ਦਿੰਦੇ ਆ। ਇਹ ਬੈਨੀਫਿਟ ਤਾਂ ਹੈਗਾ ਆ। ਉਸ ਤੋਂ ਇਲਾਵਾ ਹੋਰ ਕੀ ਫੰਜਾਈ ਜਿਹੜੀ ਹੈਗੀ ਉਹ ਪਲਾਂਟ ਨੂੰ ਬੈਨੀਫਿਟ ਦਿੰਦੀ ਆ। ਇਟ ਪ੍ਰੋਵਾਈਡ ਰੈਜ਼ਿਸਟੈਂਸ ਟੂ ਰੂਟ ਬੋਰਨ ਪੈਥੋਜਨਸ। it provides tolerance to salinity and drought, and it helps in overall increase in the plant growth and development, and it helps in the conversion of marginal soil into productive soil. Now we will discuss cyanobacteria as biofertilizers। ਜਿਹੜੇ cyanobacteria ਹੈਗੇ ਆ ਉਹ ਬਾਇਓ ਫਰਟੀਲਾਈਜ਼ਰਸ ਦੇ ਤੌਰ ਤੇ ਕਿਵੇਂ ਐਕਟ ਕਰਦੇ ਆ। ਜਿਹੜੇ ਸਾਈਨੋਬੈਕਟੀਰੀਆ ਆ ਦੇ ਆਰ ਆਟੋਟ੍ਰੋਪਿਕ ਮਾਈਕਰੋਬਸ। ਆਟੋਟ੍ਰੋਪਿਕ ਮਾਈਕਰੋਬਸ ਹੈਗੇ ਆ, ਠੀਕ ਹੈ। ਆਟੋਟ੍ਰੋਪਿਕ ਮੀਨਸ ਸਵੈਪੋਸ਼ੀ ਹੈ, ਆਪਣਾ ਫੂਡ ਆਪ ਬਣਾ ਸਕਦੇ ਆ। ਐਂਡ ਦੇ ਆਰ ਫਾਊਂਡ ਇਨ ਐਕੁਆਟਿਕ ਐਂਡ ਟੈਰੇਸਟਰੀਅਲ ਇਨਵਾਇਰਨਮੈਂਟ ਦੇ ਵਿੱਚ ਰਹਿੰਦੇ ਆ। ਦੇ ਫਿਕਸ ਐਟਮੋਸਫੇਅਰ ਦੀ ਨਾਈਟ੍ਰੋਜਨ ਨੂੰ ਫਿਕਸ ਕਰਦੇ ਹੈਗੇ ਆ ਦੇ ਐਂਡ ਇਨਕਰੀਜ਼ ਦਾ ਆਰਗੈਨਿਕ ਮੈਟਰ ਆਫ ਦਾ soil through their photosynthetic activity। अपनी photosynthesis process ਦੇ ਨਾਲ ਇਹ ਕੀ ਕਰਦੇ ਹੈਗੇ ਆ, ਠੀਕ ਹੈ, organic matter of the soil ਜਿਹੜਾ ਹੈਗਾ ਆ ਉਹਨੂੰ ਇਨਕਰੀਜ਼ ਕਰਦੇ ਆ। ਔਰ ਸਾਈਨੋਬੈਕਟੀਰੀਆ ਦੀਆਂ ਐਗਜ਼ਾਮਪਲਸ ਹੈਗੀਆਂ ਆ ਨੋਸਟਾਕ, ਐਨਾਬੀਨਾ ਐਂਡ ਔਸੀਲੇਟੋਰੀਆ। ਨੋਸਟਾਕ, Anabaena and Oscillatoria are the examples of cyanobacteria which act as fertilizers in paddy fields। ਜਿਹੜੇ rice fields ਹੈਗੇ ਉਹਨਾਂ ਦੇ ਵਿੱਚ cyanobacteria ਜਿਹੜੇ ਹੈਗੇ they serve as important biofertilizers ਦੇ ਤੌਰ ਤੇ ਕੰਮ ਕਰਦੇ ਹੈਗੇ ਆ। blue green algae increase the soil fertility by adding organic matter to the soil। So students ਇਹ ਤਾਂ ਅਸੀਂ sources of biofertilizers ਦੇ ਵਿੱਚ ਡਿਸਕਸ ਕੀਤਾ। बैक्टीरिया, फंजाई एंड साइनोबैक्टीरिया जेड़े एज अ बायोफर्टिलाइजर्स एक्ट करते हैं। नाउ वी विल डिस्कस द एडवांटेजेस ऑफ यूजिंग बायोफर्टिलाइजर्स इन एग्रीकल्चर। एडवांटेजेस ऑफ बायोफर्टिलाइजर्स। हुण बायोफर्टिलाइजर्स जेड़े हैं ਉਹ ਐਗਰੀਕਲਚਰ ਦੇ ਵਿੱਚ ਯੂਜ਼ ਹੋਏ ਕੈਮੀਕਲ ਫਰਟੀਲਾਈਜ਼ਰਸ ਦੀ ਜਗ੍ਹਾ ਤੇ ਉਹਨਾਂ ਦੇ ਕੀ ਬੈਨੀਫਿਟਸ ਹੈਗੇ ਆ ਇਨ ਐਗਰੀਕਲਚਰ। ਫਰਸਟ ਬੈਨੀਫਿਟ ਹੈਗਾ ਆ ਦੇ ਡੂ ਨਾਟ ਕਾਜ਼ ਪੋਲਿਊਸ਼ਨ। ਪੋਲਿਊਸ਼ਨ ਕਾਜ਼ ਨਹੀਂ ਕਰਦੇ, ਕੋਈ ਸੋਇਲ ਐਂਡ ਵਾਟਰ ਪੋਲਿਊਸ਼ਨ ਇਹ ਨਹੀਂ ਕਾਜ਼ ਕਰਦੇ। फर्स्ट बेनिफिट ये हो गया। सेकंड बेनिफिट की हो गया कि दे आर चीप एंड इकोनॉमिकल। चीप सस्ते हैगे एंड इकोनॉमिकल। जो असी केमिकल फर्टिलाइजर्स दे डिसएडवांटेजेस डिस्कस किए उस तो बिल्कुल उल्ट जड़े हैगे वो इन्हां दे बायो फर्टिलाइजर्स दे एडवांटेजेस है।
ਕੈਮੀਕਲ ਫਰਟੀਲਾਈਜ਼ਰ ਦਾ ਡਿਸਐਡਵਾਂਟੇਜ ਇਲ ਇਫੈਕਟ ਕੀ ਸੀਗਾ ਕਿ ਉਹ ਪੋਲਿਊਸ਼ਨ ਕਾਜ਼ ਕਰਦੀ ਹੈ ਤੇ ਬਾਇਓ ਫਰਟੀਲਾਈਜ਼ਰ ਦਾ ਐਡਵਾਂਟੇਜ ਕੀ ਹੈ, ਦੇ ਡੂ ਨਾਟ ਕਾਜ਼ ਪੋਲਿਊਸ਼ਨ, ਕੋਈ ਸੋਇਲ ਐਂਡ ਵਾਟਰ ਪੋਲਿਊਸ਼ਨ ਕਾਜ਼ ਨਹੀਂ ਕਰਦੇ। ਤੇ ਕੈਮੀਕਲ ਫਰਟੀਲਾਈਜ਼ਰ ਦਾ ਸੈਕੰਡ डिसएडवांटेज की सीगा कि दे आर कॉस्टली, महंगे है। कि बायो फर्टिलाइजर्स दा सेकंड एडवांटेज की हो गया कि दे आर चीप एंड इकोनॉमिकल, सस्ते हैगे। एंड थर्ड वन की है दे इंप्रूव सॉइल स्ट्रक्चर एंड फंक्शन, सॉइल दा स्ट्रक्चर और सॉइल दे फंक्शन ਨੂੰ ਇਹ इंप्रूव कर दे। दिस इज थर्ड एडवांटेज ऑफ बायो फर्टिलाइजर। एंड फोर्थ वन की है दे आर इको फ्रेंडली, ये इको फ्रेंडली है, इन्वायरमेंट फ्रेंडली है, कोई इन्वायरमेंट में ये नुकसान नहीं पहुंचाते, ठीक है। एंड फिफ्थ वन की है सम ऑफ देम आल्सो एक्ट एज फर्टिलाइजर, कुछ बायो फर्टिलाइजर जड़े होंगे है दे आल्सो एक्ट एज बायोपेस्टिसाइड्स के तौर पे भी काम करते, पेस्ट ਨੂੰ किल ਕਰਨ ਦਾ ਵੀ ਕੰਮ ਕਰਦੇ हैं। एंड सिक्स्थ वन दे मेक अवेलेबल विटामिन्स एंड अदर ग्रोथ प्रोमोटिंग केमिकल्स, दे मेक अवेलेबल विटामिन्स एंड अदर ग्रोथ प्रोमोटिंग बायोकेमिकल्स। ਜਿਹੜੇ ਬਾਇਓ ਫਰਟੀਲਾਈਜ਼ਰਸ ਹੈਗੇ ਆ ਉਹ ਕੀ ਕਰਦੇ ਹੈਗੇ ਆ, ਉਹ ਵਿਟਾਮਿਨਸ ਤੇ ਦੂਸਰੇ ਗਰੋਥ ਪ੍ਰੋਮੋਟਿੰਗ ਬਾਇਓਕੈਮੀਕਲਸ ਜਿਹੜੇ ਹੈਗੇ ਆ ਉਹ ਵੀ ਦੇ ਮੇਕ ਅਵੇਲੇਬਲ। ਇਹ ਤਾਂ ਸਟੂਡੈਂਟਸ 6 ਐਡਵਾਂਟੇजेस ਹੋ ਗਏ ਆਫ ਯੂਜ਼ਿੰਗ ਬਾਇਓ ਫਰਟੀਲਾਈਜ਼ਰਸ ਇਨ ਦਾ ਐਗਰੀਕਲਚਰ। ਸੋ ਦਿਸ ਇਜ਼ ਆਲ ਅਬਾਊਟ ਟੂਡੇਜ਼ ਲੈਕਚਰ, ਜਿਹਦੇ ਵਿੱਚ ਸਟੂਡੈਂਟਸ ਅਸੀਂ ਡਿਸਕਸ ਕੀਤਾ ਹੈਗਾ ਮਾਈਕਰੋਬਸ ਐਸ ਬਾਇਓ ਫਰਟੀਲਾਈਜ਼ਰਸ, ਕਿਉਂਕਿ ਜਿਹੜੇ ਅਸੀਂ ਕੈਮੀਕਲ ਫਰਟੀਲਾਈਜ਼ਰਸ ਯੂਜ਼ ਕਰਦੇ ਹੈਗੇ ਆ ਉਹਨਾਂ ਦੇ ਕਈ ਇਲ ਇਫੈਕਟਸ ਹੈਗੇ ਆ, ਠੀਕ ਹੈ। ਸੋਇਲ ਵਾਟਰ ਨੂੰ ਵੀ ਪੋਲਿਊਟ ਕਰਦੇ ਹੈਗੇ ਆ, ਟੌਕਸਿਕ ਵੀ ਹੁੰਦੇ ਹੈਗੇ ਆ, ਔਰ ਸਾਡੀ ਫੂਡ ਚੇਨ ਵਿੱਚ ਵੀ ਉਹ ਐਂਟਰ ਕਰ ਜਾਂਦੇ ਹੈਗੇ ਆ, ਕਈ ਹੈਲਥ ਇਸ਼ੂਜ਼ ਵੀ ਉਹ ਕਾਜ਼ ਕਰਦੇ ਹੈਗੇ ਆ, ਔਰ ਕਾਸਟਲੀ ਵੀ ਹੈਗੇ। ਉਹਦੀ ਬਜਾਏ ਜਿਹੜੇ ਬਾਇਓ ਫਰਟੀਲਾਈਜ਼ਰਸ ਮੀਨਸ use of microbes which enrich the nutrient quality of the soil, ठीक है। और ਉਹਦੇ ਵਿੱਚ ਅਸੀਂ 3 sources biofertilizer ਦੇ discuss ਕੀਤੇ, bacteria, fungi and cyanobacteria, and then we discussed the advantages of using biofertilizers in agriculture। so I hope students ਤੁਹਾਨੂੰ ਇਹ ਲੈਕਚਰ ਸਮਝ ਆ ਗਿਆ ਹੋਵੇਗਾ। ਇਸ ਦੇ ਨਾਲ ਹੀ ਸਾਡਾ ਇਹ ਜਿਹੜਾ ਚੈਪਟਰ ਹੈਗਾ ਕੰਪਲੀਟ ਹੁੰਦਾ ਹੈਗਾ ਆ। ਥੈਂਕ ਯੂ ਸੋ ਮਚ students for watching।